ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟਸ ਮਿਲਦੀਆਂ ਰਹਿਣ। ਤੁਹਾਨੂੰ ਪਤਾ ਹੀ ਹੈ ਆਪਾਂ ਆਪਣੇ ਚੈਨਲ ਤੇ ਕੈਮਿਸਟਰੀ ਤੇ ਫਿਜ਼ਿਕਸ ਦੀ ਮਾਸਟਰ ਕੈਡਰ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ, ਫ੍ਰੀ ਆਫ ਕੋਸਟ ਕਰ ਰਹੇ ਹਾਂ। ਇੱਥੇ ਫੁੱਲੀ ਸਿਲੇਬਸ ਕੰਪਲੀਟ ਕਰਵਾਇਆ ਜਾਏਗਾ। ਹਾਂਜੀ, ਇਸ ਲਈ ਚੈਨਲ ਨੂੰ ਮੈਕਸੀਮਮ ਟੂ ਮੈਕਸੀਮਮ ਸ਼ੇਅਰ ਕਰੋ। ਅੱਜ ਆਪਾਂ ਕੈਮਿਸਟਰੀ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ। ਅੱਜ ਦਾ ਜੋ ਆਪਣਾ ਟੌਪਿਕ ਹੋਏਗਾ ਉਹ ਹੋਏਗਾ ਹਾਈਡਰੋਕਾਰਬਨ, ਜਿਸ ਦੇ ਆਪਾਂ ਕੀ ਹੈ ਫਸਟ 2 ਪਾਰਟ ਕੰਪਲੀਟ ਕਰ ਚੁੱਕੇ ਹਾਂ। ਅੱਜ ਹੋਏਗਾ ਪਾਰਟ 3। ਅਗਰ ਤੁਸੀਂ ਫਸਟ 2 ਪਾਰਟਸ ਨਹੀਂ ਦੇਖੇ ਤਾਂ ਪਹਿਲਾਂ ਉਹਨਾਂ ਨੂੰ ਦੇਖ ਲਓ ਸੋ ਦੈਟ ਤੁਹਾਡੇ ਕਨਸੈਪਟਸ ਕਲੀਅਰ ਹੋ ਜਾਣ, ਤੁਸੀਂ ਅਲਕੇਨ ਤੇ ਐਲਕੀਨ ਨੂੰ ਸਮਝ ਸਕੋ। ਅੱਜ ਆਪਾਂ ਪਾਰਟ 3 ਦੇ ਵਿੱਚ ਗੱਲ ਕਰਾਂਗੇ, ਐਲਕਾਈਨਸ ਦੀ ਗੱਲ ਕਰਾਂਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਅੱਜ ਜੋ ਆਪਾਂ ਗੱਲ ਕਰਾਂਗੇ, ਅੱਜ ਆਪਾਂ ਗੱਲ ਕਰਾਂਗੇ ਐਲਕਾਈਨਸ ਦੀ। ਐਲਕਾਈਨਸ ਕੀ ਹੁੰਦੇ ਆ? ਅਗਰ ਮੈਂ ਗੱਲ ਕਰਾਂ, ਦੇਖੋ ਅਲਕਾਈਨਸ ਕੀ ਨੇ? ਅਨਸੈਚੂਰੇਟਡ ਹਾਈਡਰੋਕਾਰਬਨ। ਅਲਕਾਈਨਸ ਕੀ ਹੈ ਆਪਣੇ ਕੋਲ? ਅਨਸੈਚੂਰੇਟਡ ਹਾਈਡਰੋਕਾਰਬਨ। ਕਲੀਅਰ। ਆਪਾਂ ਲਾਸਟ ਜੋ ਗੱਲ ਕੀਤੀ ਸੀ ਐਲਕੀਨਸ ਵੀ ਕੀ ਸੀ ਆਪਣੇ ਕੋਲ? ਅਨਸੈਚੂਰੇਟਡ ਹਾਈਡਰੋਕਾਰਬਨ ਸੀ। ਇਸ ਦੇ ਵਿੱਚ ਜੋ ਕਾਰਬਨ ਹੈ ਇਹਨਾਂ ਦੇ ਵਿੱਚ ਕੀ ਪ੍ਰੈਜ਼ੈਂਟ ਹੁੰਦਾ? ਟ੍ਰਿਪਲ ਬੌਂਡ ਪ੍ਰੈਜ਼ੈਂਟ ਹੁੰਦਾ। ਜੋ ਮੋਲੀਕਿਊਲਸ ਹੈ ਉਹਨਾਂ ਦੇ ਵਿਚਕਾਰ ਕੀ ਪ੍ਰੈਜ਼ੈਂਟ ਹੁੰਦਾ? ਟ੍ਰਿਪਲ ਬੌਂਡ ਪ੍ਰੈਜ਼ੈਂਟ ਹੁੰਦਾ। ਜਨਰਲ ਫਾਰਮੂਲਾ ਅਗਰ ਮੈਂ ਐਲਕਾਈਨਸ ਦੀ ਗੱਲ ਕਰਾਂ ਕੀ ਹੈ ਆਪਣੇ ਕੋਲ? CnH2n-2। ਕਲੀਅਰ। ਇਹ ਜਨਰਲ ਫਾਰਮੂਲਾ ਕਿਸ ਦਾ? ਐਲਕਾਈਨਸ ਦਾ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਐਲਕੇਨ ਐਂਡ ਐਲਕੀਨ ਦਾ ਜਨਰਲ ਫਾਰਮੂਲਾ ਦੱਸੋਗੇ, ਠੀਕ ਹੈ ਜੀ, ਸੋ ਦੈਟ ਮੈਨੂੰ ਪਤਾ ਚੱਲੇ ਜੋ ਲਾਸਟ ਆਪਾਂ ਕੀਤਾ ਉਹ ਤੁਹਾਡਾ ਪ੍ਰਿਪਰੇਸ਼ਨ ਹੋ ਰਹੀ ਹੈ, ਰਿਵਾਈਜ਼ ਹੋ ਰਿਹਾ। ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਐਲਕੇਨ ਐਂਡ ਐਲਕੀਨ ਦਾ ਜਨਰਲ ਫਾਰਮੂਲਾ ਕੀ ਹੈ। ਇਹ ਆਪਣੇ ਕੋਲ ਐਲਕਾਈਨ ਦਾ ਜਨਰਲ ਫਾਰਮੂਲਾ। ਜਿਸ ਤਰ੍ਹਾਂ ਨਾਲ ਅਗਰ ਮੈਂ ਪੁੱਟ ਕਰਾਂ, ਕਲੀਅਰ, ਅਗਰ ਆਪਾਂ ਫਸਟ ਐਲੀਮੈਂਟ ਦੇਖੀਏ, ਫਸਟ ਮੈਂਬਰ ਕੌਣ ਹੈ ਆਪਣਾ? ਐਥਾਈਨ ਹੈ, ਇਥੀਨ ਹੈ, ਇਥੀਨ। ਇਸ ਦੇ ਵਿੱਚ ਦੇਖੋ ਕੀ ਹੁੰਦੇ ਨੇ? 2 ਕਾਰਬਨ ਹੁੰਦੇ ਆ ਬਟ ਨਾਲ ਕੀ ਹੈ? ਆਇਨ ਹੈ, YnE ਹੈ, ਮਤਲਬ ਕਿ ਟ੍ਰਿਪਲ ਬੌਂਡ ਹੋਏਗਾ। C ਟ੍ਰਿਪਲ ਬੌਂਡ C, ਇਸ ਨੂੰ ਐਵੇਂ ਵੀ ਲਿਖ ਸਕਦੇ HC ਟ੍ਰਿਪਲ ਬੌਂਡ CH, ਠੀਕ ਹੈ ਜੀ। ਇਸ ਨੂੰ ਕੀ ਕਿਹਾ ਜਾਂਦਾ? ਇਸ ਨੂੰ ਹੋਰ ਕੀ ਕਿਹਾ ਜਾਂਦਾ? ਇਸ ਨੂੰ ਐਸਟੇਲਾਈਨ ਕਿਹਾ ਜਾਂਦਾ। ਹੋਰ ਕੀ ਕਿਹਾ ਜਾਂਦਾ? ਇਸ ਨੂੰ ਐਸਟੇਲਾਈਨ ਵੀ ਕਿਹਾ ਜਾਂਦਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਕਈ ਵਾਰ ਇਥਾਈਨ ਨਹੀਂ ਪਾਇਆ ਹੋਏਗਾ ਤੇ ਐਸਟੇਲੀਨ ਪਾਇਆ ਹੋਏਗਾ, ਜਿਸ ਨਾਲ ਤੁਸੀਂ ਕੀ ਹੋ ਜਾਓਗੇ? ਕਨਫਿਊਜ਼ ਹੋ ਜਾਓਗੇ। ਇਸ ਲਈ ਧਿਆਨ 'ਚ ਰੱਖਣਾ ਇਹ ਕੀ ਆਪਣੇ ਕੋਲ? ਐਸਟੇਲੀਨ ਹੈ। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਤੁਸੀਂ ਕਿੰਨੇ ਮਰਜ਼ੀ ਕੀ ਹੈ ਨੰਬਰ ਆਫ ਕੀ ਹੈ ਕਾਰਬਨਸ ਇਨਕਰੀਜ਼ ਕਰ ਸਕਦੇ ਹੋ ਬਟ ਆਏਗਾ ਕੀ ਆਪਣੇ ਕੋਲ? ਟ੍ਰਿਪਲ ਬੌਂਡਸ ਆਏਂਗੇ। ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚ, ਇਹ ਤੁਸੀਂ ਚੀਜ਼ਾਂ ਧਿਆਨ 'ਚ ਰੱਖਣੀਆਂ। ਅਗਰ ਆਪਾਂ ਗੱਲ ਕਰੀਏ ਟਰਮੀਨਲ ਐਲਕਾਈਨਸ ਦੀ ਤਾਂ ਉਸ ਨੂੰ ਕਿੱਦਾਂ ਰੱਖਾਂਗੇ? ਅਗਰ ਨਾਲ ਆਪਾਂ ਨੇ ਕੋਈ ਵੀ ਅਲਕਾਈਲ ਗਰੁੱਪ ਲਗਾਉਣਾ ਹੈ ਤਾਂ RC ਟ੍ਰਿਪਲ ਬੌਂਡ CH। ਇਹ ਆਪਣੇ ਕੋਲ ਕੀ ਹੈ? ਅਲਕਾਈਲ ਗਰੁੱਪ ਹੈ, ਲੱਗ ਜਾਏਗਾ। ਨਾਲ ਕੀ ਆ ਜਾਏਗਾ? ਐਲਕਾਈਨਸ ਆ ਜਾਏਗਾ। ਕਲੀਅਰ। ਇਸ ਤਰ੍ਹਾਂ ਨਾਲ ਵੀ ਲਿਖਿਆ ਜਾ ਸਕਦਾ। ਇਸ ਨੂੰ ਟਰਮੀਨਲ ਅਲਕਾਈਨਸ ਵੀ ਬੋਲਿਆ ਜਾਂਦਾ। ਐਲਕਾਈਨਸ ਦੇ ਵਿੱਚ ਬਸ ਇੰਨਾ ਯਾਦ ਰੱਖਣਾ ਆਪਣੇ ਕੋਲ ਟ੍ਰਿਪਲ ਬੌਂਡ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜੋ ਟਰਮੀਨਲਸ ਐਲਕਾਈਨ ਨੇ ਇਹ ਆਪਣੇ ਕੋਲ ਕਿਸ ਨੇਚਰ ਦੇ ਹੁੰਦੇ ਆ? ਜੋ ਟਰਮੀਨਲ ਐਲਕਾਈਨਸ ਨੇ ਇਹ ਮੇਨਲੀ ਅਗਰ ਆਪਾਂ ਗੱਲ ਕਰੀਏ ਵੀਕਲੀ ਐਸਿਡ ਹੁੰਦੇ ਆ ਨੇਚਰ 'ਚ। ਵੀਕਲੀ ਐਸਿਡ ਹੁੰਦੇ ਆ ਕਿਸ ਦੇ ਵਿੱਚ? ਨੇਚਰ ਦੇ ਵਿੱਚ। ਇਹ ਤੁਸੀਂ ਚੀਜ਼ ਧਿਆਨ ਦੇ ਵਿੱਚ ਰੱਖਣੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਦੇਖੋ ਸਟਰਕਚਰ ਦੀ। ਕੀ ਟੌਪਿਕ ਕਰਾਂਗੇ? ਸਟਰਕਚਰ। ਦੇਖੋ ਸੈਕਿੰਡ ਟੌਪਿਕ ਹੈ ਆਪਣਾ, ਫਸਟ ਇੰਟਰੋ ਹੋ ਗਈ। ਸਟਰਕਚਰ ਤੇ ਦੇਖੋ ਆਪਾਂ ਨੂੰ ਪਤਾ ਹੀ ਹੈ ਜੋ ਐਲਕਾਈਨਸ ਹੈ ਇਸ ਤਰ੍ਹਾਂ ਨਾਲ ਹੁੰਦੇ ਆ। ਕਾਰਬਨ ਟ੍ਰਿਪਲ ਬੌਂਡ ਕਾਰਬਨ ਹੁੰਦੇ ਆ। ਇਸ ਦੇ ਵਿੱਚ ਕੀ ਹੁੰਦੀ ਹੈ? sp ਹਾਈਬ੍ਰਿਡਾਈਜੇਸ਼ਨ ਹੁੰਦੀ ਹੈ। ਕੀ ਇਨਵੋਲਵ ਹੁੰਦੀ ਹੈ? sp ਹਾਈਬ੍ਰਿਡਾਈਜੇਸ਼ਨ। ਐਲਕਾਈਨਸ ਕੀ ਹੁੰਦੇ ਨੇ? ਲੀਨੀਅਰ ਹੁੰਦੇ ਆ ਨੇਚਰ ਦੇ ਵਿੱਚ। ਕੀ ਹੁੰਦੇ ਆ? ਲੀਨੀਅਰ ਨੇਚਰ ਦੇ ਵਿੱਚ ਲੀਨੀਅਰ ਹੁੰਦੇ ਆ। ਇਸ ਤੋਂ ਇਲਾਵਾ ਦੇਖੋ ਅਗਰ ਮੈਂ ਗੱਲ ਕਰਾਂ ਤਾਂ ਇਸ ਦੇ ਵਿੱਚ ਜੋ ਕੀ ਹੈ ਬੌਂਡਿੰਗ ਹੁੰਦੀ ਹੈ ਇਹ 180 ਡਿਗਰੀ, ਮਤਲਬ ਇਹ ਕੀ ਹੈ? ਲੀਨੀਅਰ ਬੌਂਡ ਬਣਾਉਂਦੇ। ਲੀਨੀਅਰ ਦਾ ਮਤਲਬ ਕੀ ਹੈ? ਐਂਗਲ ਕਿੰਨਾ ਹੋਊਗਾ? 180 ਡਿਗਰੀ ਹੋਏਗਾ। ਜਿਵੇਂ ਕਿਸ ਤਰ੍ਹਾਂ ਨਾਲ HC ਟ੍ਰਿਪਲ ਬੌਂਡ CH ਇਸ ਤਰ੍ਹਾਂ ਨਾਲ ਹੋਏਗਾ। ਇਹਨਾਂ ਦੋਨਾਂ ਦੇ ਵਿੱਚ ਜੋ ਐਂਗਲ ਹੋਏਗਾ ਕਿੰਨਾ ਹੋਏਗਾ? 180 ਡਿਗਰੀ ਹੋਏਗਾ। ਇਹ ਚੀਜ਼ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਠੀਕ ਹੈ ਜੀ। ਇਸੇ ਲਈ ਇਸ ਨੂੰ ਲੀਨੀਅਰ ਕਿਹਾ ਜਾਂਦਾ। ਨੈਕਸਟ ਤੁਹਾਨੂੰ ਇਸ ਦੀ ਨੇਮਿੰਗ ਵੀ ਆਉਣੀ ਚਾਹੀਦੀ ਹੈ।
जिमें एक एग्जाम्पल कर लें, जिमें फस्ट की अपने को अगर मैं वैसे अगर एग्जाम्पल लीए तो जिमें CH3 C ट्रिपल बॉन्ड CH3 हुण इसकी नेमिंग देखो की बनेगी 1 2 3 4 कार्बन किन्ने अपने को 4 लिए की लाने आप ब्यूट। हुण देखो किन्ने नंबर ते अपने को जिवें 1 2 3 4 सैकेंड नंबर ते की अपने को ट्रिपल बॉन्डिंग है तो इसनों की लिख देंगे ब्यूट 2 आयन। ये की बन गया, इसका नेम बन गया। नॉमनक्लेचर किस तरह करना है आई होप तुहानू क्लीयर हो चुके हैं तो ये तुहानू पता भी होएगा। ठीक है जी, नैक्सट आपां गल करांगे एल्काइनस दे विच कि एल्काइनस की प्रिपरेशन की गल करांगे किस तरह नाल आपां की कर सकते हैं, इसनों प्रिपेयर कर सकते हैं। थर्ड मैथड ऑफ प्रिपरेशन की गल करांगे आपां, मैथड ऑफ प्रिपरेशन कि किस तरह नाल इसनों प्रिपेयर किया जा सकता है। फस्ट अगर मैं गल करा बाय एक्शन ऑफ वाटर किहदे नाल करवानी है ऑन कैल्शियम कार्बाइड, जदों कैल्शियम कार्बाइड दी वाटर नाल रिएक्शन करवाने फिर अपने को की फॉर्म होंदा है, अल्काइन फॉर्म होंदा है। अगर मैं एग्जाम्पल की गल करा देखो CaCO2 CaC2 एक ही आ गया अपने को कैल्शियम कार्बाइड। इसनों मैं अगर 2 मोलीक्यूल वाटर दे नाल रिएक्ट करवाया तो अपने को की बन जूगा एस्टेलाइन बन जूगा, मीनस C ट्रिपल बॉन्ड C बन जाएगा। नाल की बनेगा अपने को CaOH2 एक ही हो जाएगा बाहर निकल जाएगा CaOH2 कैल्शियम हाइड्रोक्साइड या आपां की कह सकते हैं कैल्शियम कार्बोनेट। क्लीयर है, तो कैल्शियम कार्बाइड नू अगर रिएक्शन करवानी है एक की ऑबटेन्ड करता है जदों आपां की है कैल्शियम कार्बोनेट नू लाइमस्टोन नू हीट करते हैं। ठीक है जी, फिर अपने को यह की हो जाता है प्रिपेयर हो जाता है। आई होप तुहानू क्लीयर हो चुकिया होना कि किस तरह नाल आपां की कीता है प्रिपेयर किया किसनों एस्ट्रेलाइन नू, मीनस कार्बन ट्रिपल बॉन्ड कार्बन नू। नैक्सट आपां गल करांगे सैकेंड रिएक्शन। सैकेंड रिएक्शन है जदों आपां की है अल्काइल हलाइड नू मीनस एस्ट्रेलाइन नू किस नाल रिएक्ट करवा देंगे आपां सोडियम एस्टेलाइड नाल। किस नाल रिएक्ट करावांगे सोडियम एस्टेलाइड। जिद्दां हुण अगर मैं गल करा देखो CH ट्रिपल बॉन्ड CH की अपने को एस्ट्रेलिन, इसनों मैं रिएक्ट कराता NaNH2 नाल। क्लीयर, इसनों जदों आपां रिएक्ट करावांगे अपने को की बन जूगा सोडियम की बन जाएगा दोनों की रिएक्शन तो बाद इन द प्रेजेंस ऑफ अमोनीया की बन जाएगा सोडियम एस्टेलाइड CH ट्रिपल बॉन्ड CNA नाल की हो जाएगा NH3 की हो जाएगा रिलीज़ हो जाएगा। इसनों की कहने सोडियम एस्टेलाइड कह दें। क्लीयर, देखो इस दे विच अगर आप गल करिए इस हायर एल्काइनस की होएंगे प्रिपरेशन होगी उन्होंने। तुसी सिंपली अगर आप गल करिए सोडियम एस्टेलाइड नू अगे जो अपने को हुणे प्रिपेयर होया इसी अगे रिएक्शन करवा सकते हो जिवें CH ट्रिपल बॉन्ड CNA। इसनों की है अगे की है रिएक्ट करवा सकते हो जिवें आपां आइडोमिथेन नाल आइडो इथेन नाल किसी नाल भी रिएक्ट करा सकते हो जिवें मैं आइडोमिथेन नाल कराया 2CH3 आइडो का मतलब की हो गया आयोडीन, मिथेन का मतलब की हो गया मिथेन लग्या हुआ आइडोमिथेन है। जो मैं हुण इन्हां दी की है रिएक्शन करवाऊँगी तो अपने को की बन जूगा CH3 नाल की लग जाएगा अपने को C ट्रिपल बॉन्ड CH3 क्योंकि 2 मोलीक्यूल CH3 है अपने को। क्लियर, नाल की आ जाएगा 2NaI सोडियम आयोडाइड की हो जाएगा रिलीज 2NaI। क्लीयर, हुण ये अपने को की बन गया ब्यूट 2इन। ये तुसी चीज़ की है आयन ब्यूट 2 आयन। ये ध्यान दे विच रखना है कि किस तरह नाल आपां की करना है प्रिपरेशन करवानी है। नैक्सट अगर आप गल करिए थर्ड रिएक्शन दी किस तरह ना करा सकते हैं बाय डीहैलोजिनेशन ऑफ हैलोफॉर्म डीहैलोजिनेशन ऑफ हैलोफॉर्म
किस तरह नाल होएगी अगर आप गल करिए तो इस दे विच की लवांगे आप क्लोरोफॉर्म लवांगे या आइडोफॉर्म लवांगे CH3। इसनों जदों मैं रिएक्ट करवा दूँगी सिल्वर नाल, सिल्वर पाउडर दे नाल मैं की करूँगी रिएक्ट कराऊँगी। इस दे विच भी आप की लवांगे 2 मॉलिक्यूल ऑफ क्लोरोफॉर्म लवांगे। मीनस मैं एक इस साइड लिख सकती हाँ I3CH। क्लीयर। देखो हुण जदों मैं 2 मॉलिक्यूल्स ऑफ क्लोरोफॉर्म की रिएक्शन सिल्वर दे नाल करवाई तो यह चीज़ की हो जाएगी, रिमूव हो जाएगी और अपने कोल की बन जाएगा इस तो CH ट्रिपल बॉन्ड CH की बन गया, इथाइन बन गया प्लस 6 सिल्वर आयोडाइड की हो गया, रिमूव हो गया। इस तरह नाल आपां की बना सकते हैं, ट्रिपल बॉन्ड की फॉर्मेशन कर सकते हैं। क्लीयर। नैक्सट आप फोर्थ करांगे रिएक्शन। फोर्थ रिएक्शन देखो जदों मैं की करवाया डी हैलोजीनेशन करवाया किसदी टैट्रा हैलो एल्केन, टैट्रा हैलो एल्केन्स दी किस तरह नाल होएगा जिवें हुण मैं CHBr2 ले लिया, CHBr2 इसकी की है अगर आप गल करिए एक की है अपने कोल 1,1,2,2 टैट्रा ब्रोमो इथेन, टैट्रा ब्रोमो इथेन। इसकी जदों मैं रिएक्शन करवाऊँगी 2 मॉलिक्यूल ऑफ जिंक ना करवाऊँगी इन द प्रेजेंस ऑफ मिथानॉल, इन द प्रेजेंस ऑफ मिथानॉल कराऊँगी CH3OH की प्रेजेंस करवावांगे। फिर अपने कोल की बन जाएगा, इथाइन बन जाएगा, CH ट्रिपल बॉन्ड CH बन जाएगा, नाल की हो जाएगा जिंक ब्रोमाइड की हो जाएगा, रिलीज़ हो जाएगा। 2 मॉलिक्यूल्स ऑफ जिंक ब्रोमाइड की हो जाएगा, रिलीज़ हो जाएगा। क्लीयर। आई होप तुहानूं ये भी चीज़ की है ध्यान च होगी। इस दे विच मेनली जदों भी तुहाडे कोल मिथानॉल आ गया इसका मतलब आपां की करवा रहे हैं, एलीमिनेशन रिएक्शन करवा रहे हैं। की करवा रहे हैं, एलीमिनेशन रिएक्शन करवा रहे हैं। ये चीज़ तुसीं ध्यान दे विच रखनी है। नैक्सट आपां गल करांगे फिजिकल प्रॉपर्टीज़ ऑफ एल्काइन्स, एल्काइन्स दीयां फिजिकल प्रॉपर्टीज़ बारे। फिजिकल प्रॉपर्टीज़ ऑफ एल्काइन्स। फर्स्ट फिजिकल प्रॉपर्टी की है देखो अगर आप गल करिए फर्स्ट 3 मैंबर मीनस इथाइन प्रोपाइन ब्यूटाइन ये की होंगे अपने कोल कलरलैस गैसिस, कलरलैस इन्हां दा कोई भी कलर नहीं हुंदा इन्हां तिन्नां गैसिस दा। ठीक है जी। अगर नैक्सट स्मैल दी करा इन्हां दी जो मैंबर ने एल्काइन्स दे ये की हुंदे सारे ऑर्डरलैस होंगे, मीनस इन्हां दी कोई भी स्मैल नहीं होंगी, ऑर्डरलैस होंगे। ऑर्डरलैस का मतलब जिसकी कोई भी स्मैल ना होवे। नैक्सट अगर मैं गल करा थर्ड पॉइंट दी जो एल्काइन्स होंगे है ये की होंगे नॉन पोलर होंगे नेचर दे विच, नॉन पोलर इन नेचर होंगे है जिस करके इन्हां दा जो मेल्टिंग ते बॉयलिंग पॉइंट है लो होंदा है। एंड अगर आप गल करिए वो वधदा किवें जिवें जिवें मॉलिक्यूलर मास इनक्रीज होएगा। मेल्टिंग एंड बॉयलिंग पॉइंट की होंदा है लो तो मेल्टिंग एंड बॉयलिंग पॉइंट इनक्रीज किवें होगा जिवें जिवें आपां की करांगे विद नंबर ऑफ मॉलिक्यूलर मास, जिवें जिवें की है मॉलिक्यूलर मास की होएगा इनक्रीज होएगा उवें उवें मेल्टिंग ते बॉयलिंग पॉइंट भी की होएगा इनक्रीज होएगा। नैक्सट आपां गल करांगे फोर्थ पॉइंट दी सोल्यूबिलिटी दी। एल्काइन्स भी की है सोलूबल होंदे है, एल्काइन्स सोलूबल तो होंदे है पर किस दे विच होंदे है ऑर्गैनिक सॉल्वेंट्स दे विच, सोलूबल इन ऑर्गैनिक सॉल्वेंट्स। ध्यान दे विच रखना है तुसी। फिफ्थ अगर आप गल करिए फिफ्थ प्रॉपर्टी दी, फिफ्थ फिजिकल प्रॉपर्टी की है डेंसिटी। जो डेंसिटी होंदी है अपने कोल एल्काइन्स दी ये इनक्रीज होंदी है जिवें जिवें कि अपने कोल मोलीक्यूलर साइज की होंदा है इनक्रीज होंदा है उस तरह नाल की अपने कोल डेंसिटी भी की होंदी है इनक्रीज होंदी है। आई होप तुहानूं क्लीयर हो चुके। नैक्सट आपां गल करांगे कैमिकल प्रॉपर्टीज़ दी। कैमिकल प्रॉपर्टीज़ ऑफ एल्काइन्स, कैमिकल प्रॉपर्टीज़ ऑफ एल्काइन्स। फर्स्ट कैमिकल प्रॉपर्टी की है अपने कोल एडिशन रिएक्शन, एडिशन रिएक्शन। देखो इस दे विच की है एडिशन करवा देना किसी भी चीज़ की। देखो हुण आपां ने कोई भी दो एग्जाम्पल सिंपली लैने पहला
ਕਾਰਬਨ ਟ੍ਰਿਪਲ ਬੌਂਡ ਕਾਰਬਨ ਦੇ ਵਿੱਚ ਮੈਨੇ ਕੀ ਕਰਨਾ, ਕਾਰਬਨ ਦੇ ਵਿੱਚ A B ਕੋਈ ਵੀ ਆਪਣੇ ਕੋਲ ਮੋਲੀਕਿਊਲ ਹੈ ਐਡ ਕਰਨਾ। ਤਾਂ ਜਦੋਂ ਇਸ ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ਕੀ ਬਣ ਜਾਏਗਾ, ਕਾਰਬਨ ਡਬਲ ਬੌਂਡ ਬਣ ਜਾਏਗਾ ਇੱਥੇ ਨਾਲ A ਐਂਡ B ਕੀ ਹੋ ਜਾਏਗਾ, ਅਟੈਚ ਹੋ ਜਾਏਗਾ। ਇਸ ਤਰ੍ਹਾਂ ਨਾਲ ਇਸ ਨੂੰ ਆਪਾਂ ਕੀ ਬੋਲਦੇ ਹਾਂ, ਐਡੀਸ਼ਨ ਰਿਐਕਸ਼ਨ ਬੋਲਦੇ ਹਾਂ। ਇਹ ਤੁਹਾਨੂੰ ਆਉਣੀ ਚਾਹੀਦੀ ਹੈ, ਠੀਕ ਹੈ ਜੀ। ਜਿਵੇਂ ਹੁਣ ਆਪਾਂ ਹੈਲੋਜਨ ਹੀ ਐਡ ਕਰਵਾ ਦਿੰਦੇ ਹਾਂ, CH ਟ੍ਰਿਪਲ ਬੌਂਡ CH ਇਥਾਈਨ, ਇਸ ਦੇ ਵਿੱਚ ਮੈਂ ਕੀ ਕਰਾਤਾ, Cl2 ਐਡ ਕਰਾਤਾ, ਹੈਲੋਜਨ ਐਡ ਕਰਵਾਤਾ, ਤਾਂ ਆਪਣੇ ਕੋਲ ਕੀ ਹੈ, ਟ੍ਰਿਪਲ ਬੌਂਡ ਕਿਸ 'ਚ ਕਨਵਰਟ ਹੋ ਜਾਏਗਾ, ਡਬਲ ਬੌਂਡ ਦੇ ਵਿੱਚ, ਨਾਲ ਕੀ ਲੱਗ ਜਾਏਗਾ ਇਹਨਾਂ ਦੇ ਨਾਲ, Cl ਲੱਗ ਜਾਏਗਾ। ਇਸ ਨੂੰ ਆਪਾਂ ਕੀ ਬੋਲਦੇ ਹਾਂ, 1,2 ਡਾਈਕਲੋਰੋ ਇਥੇਨ ਬੋਲਦੇ ਹਾਂ। ਅਗਰ ਮੈਂ ਫਿਰ Cl2 ਇਸ ਦੇ ਵਿੱਚ ਐਡ ਕਰਵਾ ਦਿੰਦੀ ਹਾਂ, ਫਿਰ ਕੀ ਕਰਦੇ ਹਾਂ, Cl2 ਐਡ ਕਰਾ ਦਿੰਦੇ ਹਾਂ, ਤਾਂ ਆਪਣੇ ਕੋਲ ਕੀ ਲੱਗ ਜਾਏਗਾ, ਇੱਕ Cl ਉੱਪਰ ਇੱਕ Cl ਨੀਚੇ, ਬਟ ਇਹ ਕਿਸ ਦੇ ਵਿੱਚ ਕਨਵਰਟ ਹੋ ਜਾਏਗਾ, ਐਲਕੀਨ ਦੇ ਵਿੱਚ ਕੀ ਹੈ ਕਨਵਰਟ ਹੋ ਜਾਏਗਾ। ਕੀ ਬਣ ਗਿਆ ਆਪਣੇ ਕੋਲ, 1,1,2,2 ਟੈਟਰਾ ਕਲੋਰੋ ਇਥੇਨ। ਟੈਟਰਾ ਮਤਲਬ 4 ਕਲੋਰੀਨ ਹੈ, ਇਸ ਲਈ ਟੈਟਰਾ ਕਲੋਰੋ ਇਥੇਨ। ਆਈ ਹੋਪ ਤੁਹਾਨੂੰ ਇਹ ਵੀ ਕੀ ਹੈ ਕੰਸੈਪਟਸ ਕਲੀਅਰ ਹੋ ਚੁੱਕੇ ਹੈ। ਨੈਕਸਟ ਆਪਾਂ ਗੱਲ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ ਸੈਕਿੰਡ ਰਿਐਕਸ਼ਨ ਦੀ ਅਗਰ ਮੈਂ ਗੱਲ ਕਰਾਂ ਤਾਂ ਸੈਕਿੰਡ ਵਨ ਕੀ ਹੈ ਆਪਣੇ ਕੋਲ, ਕੈਟਾਲਿਟਿਕ ਹਾਈਡਰੋਜੀਨੇਸ਼ਨ। ਸੈਕਿੰਡ ਕੀ ਕਰਾਂਗੇ ਆਪਾਂ, ਕੈਟਾਲਿਟਿਕ ਹਾਈਡਰੋਜੀਨੇਸ਼ਨ। ਹੁਣ ਇਸ ਦੇ ਵਿੱਚ ਕੀ ਹੈ, ਦੇਖੋ ਇਸ ਦੇ ਵਿੱਚ ਇਹਦਾ ਮਤਲਬ ਕੀ ਹੈ, ਐਡੀਸ਼ਨ ਕਰਵਾਉਣਾ ਹਾਈਡਰੋਜਨ ਮੋਲੀਕਿਊਲ ਦਾ। ਹਾਈਡਰੋਜਨ ਮੋਲੀਕਿਊਲ ਕੀ ਕਰਵਾਉਣਾ, ਐਡ ਕਰਵਾਉਣਾ, ਉਸ ਨੂੰ ਬੋਲਦੇ ਆ ਕੈਟਾਲਿਟਿਕ ਹਾਈਡਰੋਜੀਨੇਸ਼ਨ। ਦੇਖੋ ਕਿਸ ਤਰ੍ਹਾਂ ਨਾਲ, ਐਗਜ਼ਾਮਪਲ ਨਾਲ ਸਮਝਦੇ ਹਾਂ ਸੋ ਦੈਟ ਤੁਹਾਨੂੰ ਕਲੀਅਰ ਹੋ ਸਕੇ। ਪ੍ਰੋਪਾਈਨ ਲੈ ਲੈਂਦੇ ਹਾਂ, CH3 C ਟ੍ਰਿਪਲ ਬੌਂਡ H, ਪ੍ਰੋਪਾਈਨ ਬਣ ਗਿਆ, ਸੌਰੀ CH ਆਏਗਾ ਇੱਥੇ। ਇਸ ਨੂੰ ਅੱਗੇ ਕੀ ਹੈ, ਹਾਈਡਰੋਜਨ ਨਾਲ ਕੀ ਕਰਵਾਉਣਾ, ਰਿਐਕਟ ਕਰਵਾਉਣਾ, ਕਿਸ ਦੇ ਲਈ, ਕੈਟਾਲਿਟਿਕ ਹਾਈਡਰੋਜੀਨੇਸ਼ਨ ਦੇ ਲਈ ਕੀ ਬਣ ਜਾਊਗਾ, ਪ੍ਰੋਪੀਨ ਬਣ ਜਾਊਗਾ। ਮੈਂ ਕਿਹਾ ਸੀ ਜਦੋਂ ਐਡ ਹੋਏਗਾ ਤਾਂ ਟ੍ਰਿਪਲ ਬੌਂਡ ਦੀ ਜਗ੍ਹਾ ਕੀ ਆ ਜਾਏਗਾ, ਡਬਲ ਬੌਂਡ। ਕੀ ਬਣ ਜਾਏਗਾ, CH3 CH ਡਬਲ ਬੌਂਡ CH2 ਕੀ ਬਣ ਗਿਆ, ਪ੍ਰੋਪੀਨ ਬਣ ਗਿਆ। ਫਿਰ ਹਾਈਡਰੋਜੀਨੇਸ਼ਨ ਕਰਾਵਾਂਗੇ, H2 ਪਾਵਾਂਗੇ ਤਾਂ ਕੀ ਬਣ ਜਾਏਗਾ, ਐਲਕੇਨ ਬਣ ਜਾਏਗਾ। ਕੀ ਬਣ ਜਾਊਗਾ, ਪ੍ਰੋਪੇਨ CH3 CH2 CH3। ਇਹ ਤੁਹਾਡੇ ਕੋਲ ਲਾਸਟ ਪ੍ਰੋਡਕਟ ਕੀ ਬਣ ਗਿਆ, ਪ੍ਰੋਪੇਨ। ਇਸ ਨੂੰ ਕੀ ਬੋਲਦੇ ਆ, ਕੈਟਾਲਿਟਿਕ ਹਾਈਡਰੋਜੀਨੇਸ਼ਨ ਬੋਲਦੇ ਆ, ਕੰਪਲੀਟ ਹਾਈਡਰੋਜੀਨੇਸ਼ਨ ਵੀ ਬੋਲਦੇ ਆ, ਧਿਆਨ 'ਚ ਰੱਖਣਾ। ਨੈਕਸਟ ਅਗਰ ਆਪਾਂ ਗੱਲ ਕਰੀਏ ਥਰਡ ਦੀ, ਥਰਡ ਵਨ ਕੀ ਹੈ, ਦੇਖੋ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਥਰਡ, ਅਗਰ ਆਪਾਂ ਗੱਲ ਕਰੀਏ ਕਾਫੀ ਸਾਰੀ ਰਿਐਕਸ਼ਨਸ ਹੁੰਦੀਆਂ ਐਡੀਸ਼ਨ ਰਿਐਕਸ਼ਨਸ। ਜਿਵੇਂ ਆਪਾਂ ਬ੍ਰੋਮਾਈਨ ਐਡ ਕਰਵਾਉਣਾ, CH ਟ੍ਰਿਪਲ ਬੌਂਡ CH ਦੇ ਵਿੱਚ ਕੀ ਆਪਾਂ ਨੇ 2 ਮੋਲੀਕਿਊਲਸ ਆਫ Br2 ਐਡ ਕਰਵਾਉਣਾ ਇਨ ਦ ਪ੍ਰੈਜ਼ੈਂਸ ਆਫ CCl4, ਤਾਂ ਆਪਣੇ ਕੋਲ ਕੀ ਬਣ ਜਾਏਗਾ, ਦੇਖੋ ਐਡੀਸ਼ਨ ਰਿਐਕਸ਼ਨ ਕਰਾਵਾਂਗੇ, CH Br2 ਹੈਲੋਜਨ ਐਡ ਹੋ ਗਿਆ, CH Br2 ਕਲੀਅਰ। ਇਸ ਤਰ੍ਹਾਂ ਨਾਲ ਕੀ ਹੈ, ਐਡੀਸ਼ਨ ਰਿਐਕਸ਼ਨ ਹੋ ਜਾਏਗੀ। ਸਿਮਿਲਰਲੀ ਤੁਸੀਂ ਕੀ ਕਰ ਸਕਦੇ ਹੋ, ਇਥਾਨਲ ਬਣਾ ਸਕਦੇ ਹੋ। ਕਿਸ ਤਰ੍ਹਾਂ ਨਾਲ, ਜਦੋਂ CH ਟ੍ਰਿਪਲ ਬੌਂਡ CH ਦੇ ਵਿੱਚ ਕੀ ਹੈ, ਅਗਰ ਮੈंने H2O ਨਾਲ ਰਿਐਕਸ਼ਨ ਕਰਵਾਤੀ, ਇਲੈਕਟ੍ਰੋਲਾਈਸਿਸ ਕਰਵਾਤੀ, ਤਾਂ ਆਪਣੇ ਕੋਲ ਕੀ ਬਣ ਜਾਊਗਾ, CH3 CHO। ਇਹ ਕੀ ਬਣ ਗਿਆ, ਆਪਣੇ ਕੋਲ ਇਥਾਨਲ ਬਣ ਗਿਆ। ਕਲੀਅਰ, ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਨੈਕਸਟ ਪ੍ਰੋਪਰਟੀ ਦੀ, ਤਾਂ ਇਸ ਦੇ ਵਿੱਚ ਕੀ ਹੈ, ਦੇਖੋ ਜੋ ਆਪਣੇ ਕੋਲ ਐਲਕਾਈਨਸ ਹੈ ਇਹ ਕੀ ਹੁੰਦੇ ਆ, ਆਕਸੀਡੇਸ਼ਨ ਕਰਦੇ ਆ ਇਨ ਡਿਫਰੈਂਟ ਵੇ ਨਾਲ ਪ੍ਰੋਡਕਟ ਵੀ ਫਾਰਮ ਕਰਦੇ। ਦੇਖੋ ਆਕਸੀਡੇਸ਼ਨ ਦੀ ਅਗਰ ਮੈਂ ਗੱਲ ਕਰਾਂ, ਫਸਟ ਕੀ ਹੈ, ਕੰਬਸ਼ਨ ਹੋ ਜਾਣਾ, ਆਕਸੀਡੇਸ਼ਨ ਹੋ ਜਾਣਾ ਵਿਦ ਏਅਰ। ਜਦੋਂ ਏਅਰ ਦੇ ਨਾਲ ਆਕਸੀਡੇਸ਼ਨ ਹੁੰਦੀ ਹੈ ਤਾਂ ਦੇਖੋ ਅਗਰ ਆਪਾਂ ਗੱਲ ਕਰੀਏ ਏਅਰ ਦੇ ਨਾਲ ਕੀ ਕਰਵਾ ਰਹੇ ਹਾਂ ਆਪਾਂ, ਆਕਸੀਡੇਸ਼ਨ ਕਰਵਾ ਰਹੇ ਹਾਂ, ਤਾਂ ਐਸਟੀਲੀਨ ਲੈ ਲਿਆ। ਐਸਟੀਲੀਨ ਕੀ ਹੁੰਦਾ ਆਪਣੇ ਕੋਲ, C ਟ੍ਰਿਪਲ ਬੌਂਡ CH, ਇਹ ਆਪਣੇ ਕੋਲ ਕੀ ਹੋ ਗਿਆ, ਐਸਟੀਲੀਨ ਹੋ ਗਿਆ। ਇਹਨੂੰ ਜਦੋਂ ਮੈਂ 5 ਮੋਲੀਕਿਊਲ ਆਫ ਆਕਸੀਜਨ ਨਾਲ ਮੀਨਸ ਏਅਰ ਦੇ ਨਾਲ ਰਿਐਕਟ ਕਰਵਾ ਲੈਂਦੀ ਹਾਂ, ਤਾਂ ਆਪਣੇ ਕੋਲ ਕੀ ਬਣ ਜਾਊਗਾ, 4 ਕਾਰਬਨ ਡਾਈਆਕਸਾਈਡ ਬਣ ਜਾਣਗੇ। 4 ਕੀ ਬਣ ਜਾਣਗੇ, ਕਾਰਬਨ ਡਾਈਆਕਸਾਈਡ। 2 ਮੋਲੀਕਿਊਲਸ ਕਿਸ ਦੇ ਬਣ ਜਾਣਗੇ, ਵਾਟਰ ਦੇ ਬਣ ਜਾਣਗੇ।
ਤਾਂ ਹੁਣ ਅਗਰ ਆਪਾਂ ਇਸ ਦੇ ਵਿੱਚ ਗੱਲ ਕਰੀਏ ਤਾਂ ਇਹ ਕੀ ਹੋਗੀ, ਕੰਬਸ਼ਨ ਹੋ ਗਈ। ਜਦੋਂ ਐਲਕਾਈਨਸ ਕੰਬਸ਼ਨ ਕਰ ਗਏ ਇਨ 에ਅਰ ਤਾਂ ਆਪਣੇ ਕੋਲ ਕੀ ਫਾਰਮ ਕਰ ਰਿਹਾ, ਕਾਰਬਨ ਡਾਈਆਕਸਾਈਡ ਐਂਡ ਵਾਟਰ ਦੀ ਕੀ ਹੋ ਰਹੀ ਹੈ, ਫਾਰਮੇਸ਼ਨ ਹੋ ਰਹੀ ਹੈ ਤੇ ਨਾਲ ਹੀ ਲਾਰਜ ਅਮਾਊਂਟ ਆਫ ਹੀਟ ਕੀ ਹੋ ਰਹੀ ਹੈ, ਰਿਲੀਜ਼। ਲਾਰਜ ਅਮਾਊਂਟ ਆਫ ਹੀਟ ਕੀ ਹੋ ਰਹੀ ਹੈ, ਰਿਲੀਜ਼ ਹੋ ਰਹੀ ਹੈ ਇਸ ਦੇ ਵਿੱਚ। ਕਲੀਅਰ। ਸੈਕਿੰਡ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਆਕਸੀਡੇਸ਼ਨ, ਸੈਕਿੰਡ ਜਦੋਂ ਆਕਸੀਡੇਸ਼ਨ ਕਿਸ ਦੀ ਹੋ ਰਹੀ ਹੈ, ਵਿਦ ਪੋਟਾਸ਼ੀਅਮ ਪਰਮੈਂਗਨੇਟ। ਆਕਸੀਡੇਸ਼ਨ ਕਿਸ ਦੇ ਨਾਲ ਹੋ ਰਹੀ ਹੈ, ਵਿਦ ਪੋਟਾਸ਼ੀਅਮ ਪਰਮੈਂਗਨੇਟ। ਦੇਖੋ ਇਹਦੇ ਵਿੱਚ ਕੀ ਹੁੰਦਾ ਹੈ, ਜਿਵੇਂ ਹੁਣ KMNO4 ਹੈ, ਇਸ ਦੀ ਮੈਂ ਰਿਐਕਸ਼ਨ ਕਰਾਉਂਗੀ ਵਾਟਰ ਦੇ ਨਾਲ ਤਾਂ ਆਪਣੇ ਕੋਲ ਕੀ ਹੈ, ਅਲਕਲਾਈਨ KMNO4, ਤਾਂ ਆਪਣੇ ਕੋਲ ਕੀ ਫਾਰਮ ਹੋ ਜਾਂਦਾ ਹੈ, 2KMNO4। ਜਦੋਂ ਮੈਂ ਰਿਐਕਟ ਕਰਾਉਂਗੀ ਵਾਟਰ ਦੇ ਨਾਲ, ਆਕਸੀਡੇਸ਼ਨ ਕਰਵਾਉਂਗੀ ਤਾਂ ਇਸ ਦੀ ਕੀ ਫਾਰਮ ਕਰ ਜਾਏਗਾ, ਇਹ 2MnO2 ਮੈਗਨੀਜ਼ ਆਕਸਾਈਡ ਬਣ ਜਾਏਗਾ ਇੱਥੋਂ, ਤੇ ਨਾਲ ਕੀ ਬਣ ਜਾਏਗਾ, 2KOH ਪੋਟਾਸ਼ੀਅਮ ਹਾਈਡਰੋਕਸਾਈਡ ਬਣ ਜਾਏਗਾ। ਨਾਲ ਕੀ ਹੋਊਗਾ, 3 ਨੇਸੈਂਟ ਆਕਸੀਜਨ ਕੀ ਹੋ ਜਾਣਗੇ, ਰਿਲੀਜ਼ ਹੋ ਜਾਣਗੇ। ਕਲੀਅਰ। ਹੁਣ ਅਗਰ ਮੈਂ ਗੱਲ ਕਰਾਂ, ਮੈਂ ਇਸ ਨੇਸੈਂਟ ਆਕਸੀਜਨ ਦੀ ਰਿਐਕਸ਼ਨ ਕਰਵਾ ਦਿੰਦੀ ਹਾਂ ਕਿਸੇ ਨਾਲ, ਕੋਈ ਵੀ ਲੈ ਸਕਦੇ ਹੋ ਤੁਸੀਂ, ਪ੍ਰੋਪਾਈਨ ਲੈ ਸਕਦੇ ਹੋ, ਬਿਊਟੇਟੂਆਈਨ ਲੈ ਸਕਦੇ ਹੋ, ਕੁਝ ਵੀ ਲੈ ਸਕਦੇ ਹੋ। ਜਿਵੇਂ ਹੁਣ ਆਪਾਂ ਲੈ ਲੈਂਦੇ ਹਾਂ ਪ੍ਰੋਪਾਈਨ ਹੀ ਲੈ ਲੈਂਦੇ ਹਾਂ, CH3C ਟ੍ਰਿਪਲ ਬੌਂਡ CH, 3 ਨੇਸੈਂਟ ਆਕਸੀਜਨ ਨਾਲ ਆਪਾਂ ਕੀ ਕਰਵਾਤੀ, ਇਸ ਦੀ ਰਿਐਕਸ਼ਨ ਕਰਵਾਤੀ। ਇਨ ਦ ਪ੍ਰੈਜ਼ੈਂਸ ਆਫ ਟੈਂਪਰੇਚਰ ਕਿੰਨਾ ਦਿੱਤਾ ਆਪਾਂ ਨੇ, 300 ਕੈਲਵਿਨ ਟੈਂਪਰੇਚਰ, ਤਾਂ ਆਪਣੇ ਕੋਲ ਕੀ ਫਾਰਮ ਹੋ ਜਾਊਗਾ, CH3 C ਡਬਲ ਬੌਂਡ O COOH ਕੀ ਹੋ ਜਾਏਗਾ, ਫਾਰਮ ਹੋ ਜਾਊਗਾ। ਇਸ ਨੂੰ ਕੀ ਕਹਿ ਸਕਦੇ ਆ, 2-oxo ਪ੍ਰੋਪੋਨਿਕ ਐਸਿਡ ਕਹਿ ਸਕਦੇ ਆ। ਇਹ ਤੁਸੀਂ ਕੀ ਹੈ ਯਾਦ ਰੱਖਣਾ ਕਿ ਕਿਸ ਤਰ੍ਹਾਂ ਨਾਲ ਕੀ ਹੈ ਆਕਸੀਡਾਈਜ਼ ਕਰਵਾਇਆ ਜਾਂਦਾ ਹੈ। ਕਿਸ ਨੂੰ ਕਰਵਾਇਆ ਜਾਂਦਾ, ਇਹ ਟ੍ਰਿਪਲ ਬੌਂਡ ਵਾਲੇ ਨੂੰ ਆਕਸੀਡਾਈਜ਼ ਕਰਵਾਇਆ ਜਾਂਦਾ। ਇਹ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ। ਜਦੋਂ ਹੁਣ ਆਹ 2-3 ਆਕਸੀਜਨ ਸੀ, ਇਹ ਕਿਸ ਨਾਲ ਐਡ ਹੋ ਗਏ, ਇਸ ਨਾਲ ਐਡ ਹੋ ਗਏ, ਤੇ ਕੀ ਹੈ ਆਪਣੇ ਕੋਲ ਜੋ ਟ੍ਰਿਪਲ ਬੌਂਡਿੰਗ ਵਾਲੀ ਹੈ ਉੱਥੇ ਕੀ ਹੋ ਗਈ, ਆਕਸੀਡੇਸ਼ਨ ਹੋ ਗਈ। ਕਲੀਅਰ। ਆਈ ਹੋਪ ਤੁਹਾਨੂੰ ਐਲਕਾਈਨਸ ਵੀ ਕੀ ਹੈ ਕਲੀਅਰ ਹੋ ਚੁੱਕੇ ਹੈ, ਐਲਕੀਨਸ ਵੀ ਕਲੀਅਰ ਹੋ ਚੁੱਕੇ ਹੈ, ਐਲਕੀਨਸ ਵੀ। ਨੈਕਸਟ ਲਾਸਟ ਆਪਾਂ ਗੱਲ ਕਰਾਂਗੇ ਇਹਨਾਂ ਦੀਆਂ ਯੂਜ਼ਿਸ ਦੀਆਂ, ਯੂਜ਼ਿਸ ਆਫ ਐਲਕਾਈਨਸ। ਫਸਟ ਕੀ ਹੈ, ਐਸਟੇਲੀਨ ਕਿਸ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਆਰਟੀਫਿਸ਼ਲ ਰਾਈਪਨਿੰਗ ਆਫ ਫਰੂਟਸ ਨੂੰ ਕੀ ਹੈ ਪਕਾਉਣ ਦੇ ਲਈ। ਠੀਕ ਹੈ ਜੀ, ਇੱਕ ਆਰਟੀਫਿਸ਼ਲ ਚੀਜ਼ ਹੈ ਜੋ ਕੀ ਹੈ, ਜੋ ਫਰੂਟਸ ਨੂੰ ਕੀ ਹੈ ਰਾਈਪਨ ਕਰਦਾ, ਮਤਲਬ ਪਕਾਉਣ ਦੇ ਕੰਮ ਆਉਂਦਾ। ਕਲੀਅਰ। ਫਸਟ ਯੂਜ਼ ਸਮਝ ਆਇਆ। ਸੈਕਿੰਡ ਅਗਰ ਆਪਾਂ ਗੱਲ ਕਰੀਏ, ਇਹਦੇ ਨਾਲ ਕੀ ਹੈ ਬਹੁਤ ਸਾਰੇ ਯੂਜ਼ਫੁਲ ਕੰਪਾਊਂਡਸ ਵੀ ਬਣਦੇ ਆ, ਜਿਵੇਂ ਰਬਰ ਬਣਨਾ, ਐਸੀਟਿਕ ਐਸਿਡ ਬਣਨਾ, ਯੂਜ਼ਫੁਲ ਕੰਪਾਊਂਡਸ ਬਣਦੇ ਆ, ਯੂਜ਼ਫੁਲ ਕੰਪਾਊਂਡਸ ਬਣਦੇ ਆ। ਕਲੀਅਰ। ਥਰਡ ਅਗਰ ਆਪਾਂ ਗੱਲ ਕਰੀਏ ਇਸ ਦੇ ਨਾਲ, ਅਗਰ ਆਪਾਂ ਗੱਲ ਕਰੀਏ ਇਹ ਕੀ ਹੈ ਗੈਸ ਵੈਲਡਿੰਗ ਦੇ ਵੀ ਕੀ ਆਉਂਦਾ, ਕੰਮ ਆਉਂਦਾ। ਗੈਸ ਵੈਲਡਿੰਗ ਕਰਨ ਦੇ ਵੀ ਕੀ ਆ ਜਾਂਦਾ, ਕੰਮ ਆ ਜਾਂਦਾ। ਆਈ ਹੋਪ ਤੁਹਾਨੂੰ ਐਲਕਾਈਨਸ ਵੀ ਕਲੀਅਰ ਹੋ ਚੁੱਕੇ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਫੀਡਬੈਕ ਜ਼ਰੂਰ ਦਿਓ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ, ਸੋ ਦੈਟ ਸਾਰੇ ਕੀ ਹੈ ਬੈਨੀਫਿਟਸ ਉਠਾ ਸਕਣ ਫ੍ਰੀ ਕਲਾਸਿਸ ਦਾ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ ਅਗਰ ਹਜੇ ਤੱਕ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਨਹੀਂ ਕੀਤਾ, ਸੋ ਦੈਟ ਤੁਹਾਨੂੰ ਸਾਰੀਆਂ ਅਪਡੇਟਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਥੈਂਕ ਯੂ ਜੀ।